हेलो स्टूडेंट्स, माय नेम इज़ विशाल। सो सारे ठीक होंगे। काफ़ी समय तो बाद आज मैं वीडियो अपलोड कर रहा क्योंकि थोड़ा जा बिजी शेड्यूल है, दैट्स वाई। ठीक है जी। सो आज आप स्टार्ट करांगे फॉर दी ऑल सब्जेक्ट्स लिए ला लो, बट मेनली यूपीएससी लिए स्टार्ट करांगे एनवायरनमेंट एंड इकोलॉजी। एनवायरनमेंट एंड इकोलॉजी, ठीक है जी। ਇਨਵਾਇਰਮੈਂਟ ਐਂਡ ਇਕੋਲੋਜੀ ਸਟਾਰਟ ਕਰਾਂਗੇ। ਸਭ ਨਾਲੋਂ ਪਹਿਲਾਂ ਆਪਾਂ ਨੂੰ ਉਸਦੇ ਸਿਲੇਬਸ ਬਾਰੇ ਵੀ ਪਤਾ ਹੋਣਾ ਚਾਹੀਦਾ ਅਤੇ ਐਂ ਵੀ ਪਤਾ ਹੋਣਾ ਚਾਹੀਦਾ ਵੀ ਪ੍ਰੀਲੀਅਮਸ ਅਤੇ ਮੇਨਸ 'ਚ ਕਿੰਨੇ ਕੁਐਸਚਨਸ ਬਣਦੇ ਨੇ, ਹੈ ਨਾ। ਸੋ ਸਭ ਨਾਲੋਂ ਪਹਿਲਾਂ ਦੇਖਾਂਗੇ ਆਪਾਂ ਪ੍ਰੀਲੀਅਮਸ ਬਾਰੇ, ਅਤੇ ਹੋਰ ਕਿਹਦੇ ਬਾਰੇ ਦੇਖਣਾ, ਮੇਨਸ ਬਾਰੇ। ਇੱਕ ਮੇਨਸ ਦਾ ਐਗਜ਼ਾਮ ਹੁੰਦਾ, ਇੱਕ ਹੁੰਦਾ ਹੈਗਾ ਪ੍ਰੀਲੀਅਮਸ ਦਾ ਐਗਜ਼ਾਮ ਹੁੰਦਾ ਹੈਗਾ, ਠੀਕ ਹੈ। ਜਿਹੜੇ ਪ੍ਰੀਲੀਅਮਸ ਐਗਜ਼ਾਮ 'ਚ ਕੁਐਸਚਨ ਆਉਂਦੇ ਨੇ ਇਸਦੇ ਆਪਣੇ ਇਨਵਾਇਰਮੈਂਟ ਇਕੋਲੋਜੀ ਦੇ, ਉਹ ਕਿੰਨੇ ਕੁਐਸਚਨ ਆਉਂਦੇ ਨੇ, ਉਹ ਮੀਨਸ ਡਾਇਰੈਕਟਲੀ ਲਾ ਲਓ, ਇਨਡਾਇਰੈਕਟਲੀ ਲੈ ਲਓ, ਮਤਲਬ 10-15 ਕੁਐਸਚਨ ਪੁੱਛੇ ਜਾਂਦੇ ਨੇਗੇ। ਕਿੰਨੇ? 10-15 ਕੁਐਸਚਨ, 10-15 ਕੁਐਸਚਨ ਪੁੱਛੇ ਜਾਂਦੇ ਨੇ। ਜਿਹੜੇ ਮੇਨਸ 'ਚੋਂ ਨੇਗੇ, ਮੇਨਸ 'ਚ ਪੁੱਛੇ ਜਾਂਦੇ ਨੇ ਮੋਸਟਲੀ 1-2-3 ਕੁਐਸਚਨ, ਠੀਕ ਹੈ ਜੀ। ਮੋਸਟਲੀ 1-2-3 ਕੁਐਸਚਨ ਪੁੱਛੇ ਜਾਂਦੇ ਨੇਗੇ। ਜਿਹੜਾ ਆਪਣਾ ਸੱਚ ਇਨਵਾਇਰਮੈਂਟ ਇਕੋਲੋਜੀ ਪਾਰਟ ਹੈ ਨਾ, ਉਹ GS3 ਦਾ ਪਾਰਟ ਹੈ। GS3 ਮੇਨਸ ਦੇ GS3 'ਚ ਆਊਗਾ, ਠੀਕ ਹੈ। ਮੇਨਸ ਦੇ ਵਿੱਚ ਸਭ ਨਾਲੋਂ ਜ਼ਿਆਦਾ ਕੀ ਪੁੱਛਿਆ ਜਾਂਦਾ ਗਾ, ਮੋਸਟਲੀ ਜਿਹੜੇ ਟੌਪਿਕਸ ਨੇ ਜਿਹੜੇ ਟੱਚ ਹੁੰਦੇ ਨੇਗੇ ਮੇਨਸ ਦੇ ਵਿੱਚ ਇਨਵਾਇਰਮੈਂਟ ਇਕੋਲੋਜੀ ਦੇ ਰਿਲੇਟਡ, ਤਾਂ ਸਭ ਨਾਲੋਂ ਜ਼ਿਆਦਾ ਪੁੱਛਿਆ ਜਾਂਦਾ ਇਨਵਾਇਰਮੈਂਟਲ ਇਸ਼ੂਜ਼। ਮੋਸਟਲੀ ਕੀ ਪੁੱਛਿਆ ਜਾਂਦਾ ਗਾ, ਇਨਵਾਇਰਮੈਂਟਲ ਇਸ਼ੂਜ਼। ਮੋਸਟਲੀ ਜ਼ਿਆਦਾਤਰ ਟੌਪਿਕ ਪੁੱਛੇ ਜਾਂਦੇ ਨੇਗੇ ਇਨਵਾਇਰਮੈਂਟ ਦੇ ਲੈ ਕੇ, ਵੀ ਕੀ ਕਮੇਟੀਜ਼ ਬਣੀਆਂ, ਵੀ ਕਿਵੇਂ ਉਹਨੂੰ ਆਪਾਂ ਲਾਗੂ ਕਰ ਸਕਦੇ ਹਾਂ, ਕਿਵੇਂ ਇੰਪਲੀਮੈਂਟੇਸ਼ਨ ਹੋ ਸਕਦੀ ਹੈ, ਠੀਕ ਹੈ। ਫਾਰਮੇਸ਼ਨਸ ਪੁੱਛੀ ਜਾ ਸਕਦੀਆਂ ਨੇ, ਵੀ ਕੀ ਸਟੈਪ ਹੋਣਗੇ ਗੌਰਮੈਂਟ ਦੇ, ਲਾਈਕ ਦੈਟ ਕਾਈਂਡ ਆਫ ਸਟੱਫ ਪੁੱਛਿਆ ਜਾਂਦਾ ਇਸ 'ਚ, ਠੀਕ ਹੈ ਜੀ। ਅਤੇ ਪ੍ਰੀਲੀਅਮਸ 'ਚ ਕੀ ਪੁੱਛਿਆ ਜਾਂਦਾ ਜ਼ਿਆਦਾਤਰ, ਸਭ ਨਾਲੋਂ ਜ਼ਿਆਦਾ ਪੁੱਛਿਆ ਜਾਂਦਾ ਇਸ 'ਚ ਕਰੰਟ ਸਿਨਾਰੀਓ, ਨਿਊਜ਼ 'ਚੋਂ ਕਰੰਟ ਸਿਨਾਰੀਓ, ਠੀਕ ਹੈ। ਹੋਰ ਕੀ ਪੁੱਛੇ ਜਾਂਦੇ ਨੇ, ਗੌਰਮੈਂਟ ਦੀ ਪੋਲਿਸੀਜ਼, ਜਿਵੇਂ ਹੁਣ ਪਿੱਛੇ ਜੇ ਹਰਿਆਣਾ ਗੌਰਮੈਂਟ ਨੇ ਨਹੀਂ ਪੋਲਿਸੀ ਕੱਢੀ ਵੀ AC 24 ਤੋਂ ਥੱਲੇ ਨਹੀਂ ਚੱਲਣੇ ਚਾਹੀਦੇ। ਅੱਛਾ, ਗੌਰਮੈਂਟ ਪੋਲਿਸੀ ਉਹ ਇੱਕ ਤਰ੍ਹਾਂ ਦੀ ਵੀ ਕਲਾਈਮੇਟ ਨੂੰ ਕੰਟਰੋਲ ਕਰ ਸਕੀਏ। ਇਨਵਾਇਰਮੈਂਟ 'ਚ ਹੋਰ ਹੁੰਦਾ ਕੀ ਚੀਜ਼, ਆਲੇ ਦੁਆਲੇ ਹੀ ਹੁੰਦਾ ਇਕੋ ਸਿਸਟਮ ਦਾ, ਹੈ ਨਾ। ਅਤੇ ਇੱਕ ਆਪਣੇ 'ਚ ਜ਼ਿਆਦਾਤਰ ਕੀ ਪੁੱਛੇ ਜਾਣਗੇ, ਪ੍ਰਿੰਸੀਪਲ ਆਫ ਇਕੋਲੋਜੀ, ਪ੍ਰਿੰਸੀਪਲ ਆਫ ਇਕੋਲੋਜੀ, ਠੀਕ ਹੈ ਜੀ। ਪ੍ਰਿੰਸੀਪਲ ਆਫ ਇਕੋਲੋਜੀ। ਸੋ ਇਹ ਕੰਸੈਪਟ ਹੈਗੇ ਨੇ ਆਪਣੇ ਪ੍ਰੀਲੀਅਮਸ ਦੇ, ਅਤੇ ਇਹ ਕੰਸੈਪਟ ਹੈਗਾ ਆਪਣਾ ਇੱਕ ਮੇਨਸ ਦਾ। ਤਾਂ ਸਭ ਨਾਲੋਂ ਜ਼ਿਆਦਾ ਫਿਰ ਫੋਕਸ ਆਪਾਂ ਕਿਹਦੇ ਰੱਖਣਾ ਗਾ, ਪ੍ਰੀਲੀਅਮਸ 'ਤੇ, ਕਿਉਂਕਿ ਸਭ ਨਾਲੋਂ ਪਹਿਲਾਂ ਤਾਂ ਕੀ ਹੋਊਗਾ, ਪ੍ਰੀਲੀਅਮਸ ਹੋਊਗਾ UPSC ਦਾ। ਤਾਂ ਸਭ ਨਾਲੋਂ ਜ਼ਿਆਦਾ ਆਪਾਂ ਪਹਿਲਾਂ ਫੋਕਸ ਰੱਖਣਾ ਗਾ ਪ੍ਰੀਲੀਅਮਸ 'ਤੇ, ਠੀਕ ਹੈ। ਮੋਸਟਲੀ ਕੰਸਰਨ ਵਿਦ ਦਿਸ ਟੋਪਿਕ, ਪ੍ਰੀਲੀਅਮਸ। ਚਲੋ ਜੀ, ਆਪਾਂ ਹੁਣ ਆਪਣੀ ਸਟਾਰਟ ਕਰਦੇ ਹਾਂ ਲੈਕਚਰ ਫਸਟ ਆਫ ਇਨਵਾਇਰਮੈਂਟ। ਸਭ ਨੂੰ ਪਹਿਲਾਂ ਹੈਡਿੰਗ ਬਣਾਓ, ਇਕੋਲੋਜੀ ਐਂਡ ਇਨਵਾਇਰਮੈਂਟ, ਇਕੋਲੋਜੀ ਐਂਡ ਇਨਵਾਇਰਮੈਂਟ। ਤੁਸੀਂ ਨਾਲ ਮੇਰੇ ਨੋਟਸ ਬਣਾਈ ਜਾਣੇ ਨੇ, ਕਿਉਂਕਿ ਰਨਿੰਗ ਨੋਟਸ ਨੇ ਜ਼ਿਆਦਾਤਰ। ਆਹੀ ਮਤਲਬ ਲਾਸਟ ਟਾਈਮ 'ਤੇ ਨਾ ਜਦੋਂ ਰਿਵੀਜ਼ਨ ਹੁੰਦੀ ਆਹੀ ਕੰਮ ਆਉਂਦੇ ਨੇਗੇ, ਸਮਝ ਗਏ। ਇਕੋਲੋਜੀ ਐਂਡ ਇਨਵਾਇਰਮੈਂਟ, ਠੀਕ ਹੈ। ਇਕੋਲੋਜੀ ਦੀ ਇਨਵਾਇਰਮੈਂਟ ਦੀ ਬੇਸਿਕ ਤੋਂ ਪਹਿਲਾਂ ਆਪਾਂ ਨੂੰ ਉਹਨਾਂ ਦਾ ਡਿਫਰੈਂਸ ਪਤਾ ਹੋਣਾ ਚਾਹੀਦਾ, ਅਤੇ ਇਹਨਾਂ ਦੇ ਡਿਫਰੈਂਸ ਜਾਣਨ ਤੋਂ ਪਹਿਲਾਂ ਆਪਾਂ ਨੂੰ ਪੂਰੇ ਇਕੋਸਿਸਟਮ ਬਾਰੇ ਪਤਾ ਹੋਣਾ ਚਾਹੀਦਾ, ਆਲੇ ਦੁਆਲੇ ਵਾਲੇ, ਹੈ ਨਾ। ਚਲੋ, ਸਭ ਨੂੰ ਪਹਿਲਾਂ ਆਪਾਂ ਨੂੰ ਇੱਕ ਤਾਂ ਕੀ ਪਤਾ ਹੋਣਾ ਚਾਹੀਦਾ ਗਾ, what is the difference between it, ठीक है। what is the difference between this, ਤੇ ਡਿਫਰੈਂਸ ਜਾਣਨ ਤੋਂ ਪਹਿਲਾਂ ਆਪਾਂ ਨੂੰ ਕਿਹਦੇ ਬਾਰੇ ਪਤਾ ਹੋਣਾ ਚਾਹੀਦਾ, ਇਕੋਸਿਸਟਮ ਬਾਰੇ। किस चीज़ बारे,
इकोसिस्टम बारे। व्हाट इज़ द इकोसिस्टम, ठीक है जी, व्हाट इज़ द इकोसिस्टम, इस बारे पता होना चाहिए। सो हुण आपां जाणांगे इकोसिस्टम बारे। इकोसिस्टम की चीज़ होंदी है, ठीक है। हुण आपां जाणांगे जी इकोसिस्टम बारे भी इकोसिस्टम की चीज़ होंदी है, ठीक है जी। हुण तुसीं ऐ ला लो एक ऑर्गेनिज्म है, ਉਹਦੇ आले दुआले ला लो सराउंडिंग है एनवायरनमेंट दी, ਉਹਦੇ ਵਿੱਚ ਕੁਛ ਬਾਇਓਟਿਕ ਕੰਪੋਨੈਂਟ ਵੀ ਨੇ ਤੇ ਅਬਾਇਓਟਿਕ ਕੰਪੋਨੈਂਟ ਵੀ ਨੇ, ਠੀਕ ਹੈ ਜੀ। ਬਾਇਓਟਿਕ ਵੀ ਨੇ ਤੇ ਅਬਾਇਓਟਿਕ ਵੀ ਨੇ ਤੇ ਆਪਣੇ ਅਬਾਇਓਟਿਕ ਵੀ ਨੇ। ਬਲੂ वन वाले ਕਿਹੜੇ ਹੋ ਗਏ? ਇਟਸ ਆ ਬਾਇਓਟਿਕ ਕੰਪੋਨੈਂਟ ਤੇ ਆਹ ਕਿਹੜੇ ਹੋ ਗਏ? ਅਬਾਇਓਟਿਕ, ਠੀਕ ਹੈ। ये किहड़े हो गए अपने अबायोटिक कंपोनेंट। हुण तुसीं एग्जाम्पल ला लो, जिवें मैं एक ऑर्गेनिज्म हाँ, हुण मैं तुहानूं टीच कर रहा तो किसी रूम च बह के टीच कर रहा होऊगा, मेरा कोई स्टडी रूम होगा, मैं उस च बह के तुहानूं टीच कर रहा होऊगा, जां तुसीं जदों भी तुसीं स्टडी करदे हो तुसीं आपदे रूम च बैठ के स्टडी करदे होवोगे, है ना। तो मीनस तुहाडे आले दुआले जे देखिया जाए लैपटॉप भी पिया, लैपटॉप की है एक अबायोटिक कंपोनेंट है। तुहाडे रूम च मीनस छिपकली है, लिजार्ड है, स्पाइडर है, मक्कड़ी है, वो बायोटिक कंपोनेंट हो गया, समझ गए। तो मीनस तुसीं किते ना किते इंटरैक्ट कर रहे होगे। ऑर्गेनिज्म की करदा? एक इंटरैक्ट करदा अपनी इमीडिएट सराउंडिंग नाल, जदों ऑर्गेनिज्म उस एग्जिस्ट करदा है, ठीक है। तो लिखो इकोसिस्टम की चीज़ होया फिर? इकोसिस्टम होया जी इट्स आ immediate surrounding, it's a immediate surrounding organism exist, जिस ऑर्गेनिज्म एग्जिस्ट करते हैं सराउंडिंग च, इमीडिएट सराउंडिंग च, जिवें तुहाडे आले दुआले दी उस ऑर्गेनिज्म तुसीं एग्जिस्ट ही कर रहे होगे, जिवें तुसीं रूम च बैठे होगे, समझ गए, ठीक है जी। इट्स आ immediate surrounding with other biotic and abiotic component, biotic and abiotic component। जिवें सोनू मैं एग्जाम्पल दी सीगी, if you study in a room, लैपटॉप की हो गया तुहाडा बायोटिक, ते लिजार्ड स्पाइडर ये चीज़ की होगी तुहाडी बायोटिक, ठीक है, समझ गए। ते तुसी क्यों एक जी एक ऑर्गेनिज्म हो। हुण तुसीं घिरे होए हो ना, देखो चीज़ां नाल सारे, आपां जे मतलब सोचिए इस बारे, थिंक अबाउट करिए, वी मीनस एवरीवन इज सराउंडिंग विद इट, ठीक है ना। लो जी, ठीक है। सा जिहड़ा इकोसिस्टम है, जिहड़ी सारी मतलब की कहंदे स्टडी हुंदी है, इहनूं की कहंदे ने सारी स्टडी नूं एनवायरनमेंटल साइंस की कहंदे ने, एनवायरनमेंट साइंस मीन जे सारी स्टडी हो रही हैगी। तो जे तुसीं इस एग्जाम्पल होर लिखनी है, जे अपना एज आ एनवायरनमेंट बेसिक तो समझनी हैगी, जिवें टाइगर इन जंगल, हुण टाइगर है जंगल च, हुण देखो, हुण जो डीयर नूं किल करदा
ਆਪਦੇ ਖਾਣ ਵਾਸਤੇ, ਹਿਰਨ ਨੂੰ ਮਾਰਿਆ, ਕੀ ਹੋ ਗਿਆ? ਇੱਕ ਬਾਇਓਟਿਕ ਕੰਪੋਨੈਂਟ ਹੋ ਗਿਆ। ਜੇ ਉਹੀ ਸੋਇਲ ਨਾਲ ਖੇਡੀ ਜਾਂਦਾ, ਕਦੇ ਸੋਇਲ ਤੇ ਇੱਧਰ ਹੋ ਗਿਆ, ਸੋਇਲ ਦਾ ਸਹਾਰਾ ਲੈ ਲਿਆ, ਸੋਇਲ ਤੇ ਪੈ ਗਿਆ, ਮਿੱਟੀ ਤੇ ਪੈ ਗਿਆ, ਘਾਹ ਤੇ ਪੈ ਗਿਆ, ਉਹ ਕੀ ਹੋ ਗਿਆ? ਇੱਕ ਬਾਇਓਟਿਕ ਕੰਪੋਨੈਂਟ। ਕੁੱਲ ਮਿਲਾ ਕੇ ਹੈਗਾ ਤਾਂ ਆਰਗੇਨਿਜ਼ਮ ਹੈ ਟਾਈਗਰ, ਕਿਰਿਆ ਹੋਇਆ ਹੈਗਾ। ਇੱਥੇ ਡੀਅਰ ਹੈ, ਇੱਥੇ ਸੋਇਲ ਹੈ, ਕੁੱਲ ਮਿਲਾ ਕੇ ਸਮਝ ਗਏ ਨਾ। ਚਲੋ ਜੀ, ਹੁਣ ਆਪਾਂ ਕੀ ਕਿਹਾ ਸੀ? ਮੈਂ ਨਾ ਸਾਰੀ ਸਟੱਡੀ ਨੂੰ ਕੀ ਕਿਹਾ ਜਾਂਦਾ? ਇਨਵਾਇਰਮੈਂਟਲ ਸਾਇੰਸ। ਕੀ ਕਿਹਾ ਜਾਂਦਾ ਹੈਗਾ? ਇਨਵਾਇਰਮੈਂਟਲ ਸਾਇੰਸ। ਇਨਵਾਇਰਮੈਂਟਲ ਸਾਇੰਸ ਕਿਹਾ ਜਾਂਦੇ। ਸੋ ਹੁਣ ਆਪਾਂ ਇਨਵਾਇਰਮੈਂਟਲ ਸਾਇੰਸ ਦੀ ਆਪਾਂ ਨੂੰ ਡੈਫੀਨੇਸ਼ਨ ਪਤਾ ਹੋਣਾ ਚਾਹੀਦੀ ਹੈ। ਇਨਵਾਇਰਮੈਂਟਲ ਸਾਇੰਸ ਦਾ ਮੀਨਸ ਕੀ ਹੁੰਦਾ? ਹੁਣ ਆਪਾਂ ਇਹਦੀ ਦੇਖਾਂਗੇ ਡੈਫੀਨੇਸ਼ਨਸ। ਸਟੱਡੀ ਆਫ ਦਾ ਇੰਟਰੈਕਸ਼ਨਸ, ਸਟੱਡੀ ਆਫ ਦਾ interactions between the organisms, between the organism and other components of the ecosystem। ਇਹ ਹੁਣ ਮੈਂ ਤੁਹਾਨੂੰ ਉੱਤੇ ਹੀ ਸਮਝਾ ਕੇ ਹਟਿਆ ਵੀ ਆਪਾਂ ਸਾਰੇ ਆਰਗੇਨਿਜ਼ਮਾਂ 'ਤੇ ਆਪਾਂ ਇੰਟਰੈਕਸ਼ਨਸ ਕਰ ਰਹੇ ਹਾਂ, ਹੈ ਨਾ। ਠੀਕ ਹੈ ਜੀ। ਹੁਣ ਜਿਹੜਾ ਆਰਗੇਨਿਜ਼ਮ ਹੈ ਜਿਹੜਾ ਇੰਟਰੈਕਟ ਕਰ ਰਿਹਾ ਹੈਗਾ, ਇੰਟਰੈਕਟ ਵਿਦ ਬਾਇਓਟਿਕ ਕੰਪੋਨੈਂਟ, ਇੰਟਰੈਕਟ ਕਰ ਰਿਹਾ ਬਾਇਓਟਿਕ ਕੰਪੋਨੈਂਟ। ਸੋ ਜਿਹੜੀ ਉਹ ਸਟੱਡੀ ਹੈ ਉਸ ਨੂੰ ਆਪਾਂ ਕੀ ਕਹਾਂਗੇ? ਇਕੋਲੋਜੀ। ਸਟੱਡੀ ਕਾਲਡ ਇਕੋਲੋਜੀ ਕਹਾਂਗੇ। ਠੀਕ ਹੈ। ਐਗਜ਼ਾਮਪਲ ਲਿਖੋ, ਜਿਵੇਂ ਟਾਈਗਰ ਕਿਲਡ ਡੀਅਰ। ਸਹੀ ਹੈ ਨਾ? ਟਾਈਗਰ ਕਿਲਡ ਡੀਅਰ ਇੱਕ ਤਰ੍ਹਾਂ ਦੀ ਇਕੋਲੋਜੀ ਹੋ ਗਈ। ਹੁਣ ਇਹ ਆਰਗੇਨਿਜ਼ਮ ਇੰਟਰੈਕਟ ਕਰ ਰਿਹਾ ਬਾਇਓਟਿਕ ਕੰਪੋਨੈਂਟ ਨਾਲ। ਸੋ ਆਪਾਂ ਨੂੰ ਹੁਣ ਇਕੋਲੋਜੀ ਦੀ ਕੀ ਪਤਾ ਲੱਗੀ? ਡੈਫੀਨੇਸ਼ਨ ਪਤਾ ਲੱਗ ਗਈ। ਸਾਮੀ ਤੁਸੀਂ ਯਾਦ ਰੱਖਣਾ ਗਾ ਵੀ ਮੀਨਸ ਤੁਸੀਂ ਵੀ ਜੇ 1 ਲਾਈਨ 'ਚ ਡਿਨੋਟ ਕਰੀਏ ਆਪਾਂ 1 ਲਾਈਨ 'ਚ ਸਿੰਪਲ ਮਤਲਬ ਸਿੰਪਲ ਵੇ ਨਾਲ ਡਿਨੋਟ ਕਰਨਾ ਚਾਹੀਏ। ਤਾਂ ਇਕੋਸਿਸਟਮ ਕੀ ਹੋਇਆ? ਆਪਣੀ ਸਰਾਊਂਡਿੰਗ। ਇਕੋਸਿਸਟਮ ਕੀ ਹੋਇਆ? ਆਪਣੀ ਸਰਾਊਂਡਿੰਗ ਹੋ ਗਈ। ਠੀਕ ਹੈ ਜੀ। ਇਨਵਾਇਰਮੈਂਟਲ ਸਾਇੰਸ ਕੀ ਹੋ ਗਈ? ਆਪਣੀ ਸਾਰਿਆਂ ਦੀ ਇੰਟਰੈਕਸ਼ਨ ਹੋ ਗਈ। ਇਨਵਾਇਰਮੈਂਟਲ ਸਾਇੰਸ ਕੀ ਹੋ ਗਈ? ਇੰਟਰੈਕਸ਼ਨਸ ਹੋ ਗਈ। ਠੀਕ ਹੈ। ਅਤੇ ਇਕੋਲੋਜੀ ਕੀ ਹੋ ਗਈ ਹੁਣ ਆਪਣੀ? ਜਦੋਂ ਆਪਾਂ ਬਾਇਓਟਿਕ ਇੰਟਰੈਕਸ਼ਨਸ ਕਰਦੇ ਹਾਂ, ਬਾਇਓਟਿਕ ਇੰਟਰੈਕਸ਼ਨਸ ਕਰਦੇ ਹਾਂ। ਐਗਜ਼ਾਮਪਲ ਲਾਈਕ ਆ ਟਾਈਗਰ ਕਿਲਡ ਡੀਅਰ। ਓਕੇ, ਠੀਕ ਹੈ ਜੀ। ਸੋ ਕੁੱਲ ਮਿਲਾ ਕੇ ਇਕੋਸਿਸਟਮ ਕੀ ਚੀਜ਼ ਹੋ ਗਿਆ? इकोसिस्टम की चीज़ होगा? एरिया ऑफ इमीडिएट सराउंडिंग, एरिया ऑफ इमीडिएट सराउंडिंग with biotic and abiotic components, with biotic and abiotic components, बायोटिक एंड अबायोटिक कंपोनेंट्स। ओके। सो फिर एनवायरमेंटल साइंस की होगी? एनवायरमेंटल साइंस होगी जी स्टडी ऑफ वेरियस इंटरेक्शंस, स्टडी ऑफ वेरियस इंटरेक्शंस विद द इकोसिस्टम, विद द इको सिस्टम। ठीक है। चलो जी,
सो फिर इकोलॉजी की होगी, एक सिंपल टर्म्स डिफाइंस ने मीन जो टर्म्स डिफाइन कर रहा है मैं सुनूँ भी इकोसिस्टम की है, एनवायरमेंटल साइंस की है, उसकी डेफिनेशन लिख लो सीधा भी सोनू पता लग जाए भी सोनू हुण सही मायने च क्लीयर हो गया भी की चीज़ होंदी हैगी, समझ गए। इकोलॉजी की होगी अपनी स्पैसिफिक स्टडी ऑफ ओनली बायोटिक इंटरैक्शन within the ecosystem इकोसिस्टम अपना आला दुआला जिस बायोटिक कंपोनेंट्स होंगे ने, एनवायरमेंटल स्टडी की होगी, साइंस की होगी, उन्होंने इंटरैक्शन होगी, इकोलॉजी की होगी जो मतलब इकोसिस्टम के अंडर रह के आले दुआले के अंदर रह के जो बायोटिक कंपोनेंट नाल आपां इंटरैक्शनस करते हैं, ठीक है, उन्होंने स्पैसीफिक स्टडी करते हैं, समझ गए। चलो हुण तुसी की देखना जी, जिहड़ा अपने इकोलॉजी कला ये जे आपां पॉइंट ऑफ व्यू नाल देखिए ना, जिहड़े इकोलॉजी है इट्स इकोलॉजी है ना, ये मेनली प्रीलियम्स वास्ते है, ओनली फॉर प्रीलियम्स। ओनली फॉर प्रीलियम्स इस चो मोस्टली जिहड़े क्वेश्चंस ने प्रीलियम्स लिए आउणगे, ठीक है। सो एक गल तो फिर आपां नूं अंदर 100% होगी कि वी आर कंसर्न विद ओनली प्रीलियम्स फॉर द इकोलॉजी, वी आर कंसर्न ओनली फॉर प्रीलियम्स वाली है, ठीक है, इकोलॉजी, ठीक है। लो जी हुण आपां नैक्सट वो कर देंगे, हैडिंग बनाओ बायोटिक इंटरैक्शंस। बायोटिक इंटरैक्शंस करेंगे जी, ठीक है। हुण बायोटिक इंटरैक्शंस की ने, एन ऑर्गेनिज्म interact with other flora and fauna in the ecosystem, ठीक है जी, इन दी इकोसिस्टम। जी बायोटिक इंटरैक्शंस ने ना, ये किन्ने टाइप्स दी होंदियां ने, 2 टाइप्स दी होंदियां ने, किन्ने टाइप्स दी होंदियां ने, 2 टाइप्स दी होंदियां ने बायोटिक इंटरैक्शंस, ओके। केड़ी होंदी है, प्राइमरी, दूजी केड़ी होगी अपनी सैकेंडरी, ठीक है जी। प्राइमरी होगी इंटरैक्शन तो एक होर दूजी कड़ी होगी सैकेंडरी इंटरैक्शनस हो गई, ओके। सो हुण आपां फर्स्टली पढ़ांगे प्राइमरी इंटरैक्शन बारे। लो जी प्राइमरी बारे पढ़ांगे आपां। जिहड़ी प्राइमरी है वो किहदे नाल रिलेट करदी है, सर्वाइवल दे नाल। रिलेटेड विद सर्वाइवल दे नाल। हुण जिवें शेर है, उन्हें सर्वाइव करना, सब नालों पहलां तां आपां जे आपां ह्यूमन आउंदे, ह्यूमन भी सर्वाइव करदा ना इस दुनिया विच, पैसा कमाउंदा है, नौकरी लगदा है, सर्वाइव ही एक सर्वाइवल वे नाल अपनी लाइफ जी रहेगा। एवें ऑर्गेनिजम्स भी ने, आपां भी ऑर्गेनिजम एक लाइक ऑर्गेनिजम ही हो गया, आपां भी सर्वाइव वास्ते जी रहे हैं, सारे आपके सर्वाइवल वास्ते पैसे कमा रहे, सब कुछ कर रहे हैं। तो मीनस की करता टाइगर सब नालों पहलां की करदा, हिरन नूं मारूगा, चित्ता हिरन नूं मारूगा, टाइगर किल्ड डीयर, है ना। प्राइमरी मीनस फर्स्ट ही हो गया ना, सैकेंडरी मीनस दूजा हो गया, पहला तो अपना सर्वाइवल ही देखूगा, टाइगर किल्ड डीयर, ठीक है। तो अपना फिर सैकेंडरी की हो गया, रिलेटेड विद स्पोर्ट। सैकेंडरी की हो गया अपना रिलेटेड विद स्पोर्ट।
ਰਿਲੇਟਡ ਵਿਦ ਸਪੋਰਟ। ਠੀਕ ਹੈ ਜੀ। ਹੁਣ ਸਪੋਰਟ ਦਾ ਮੀਨਸ ਕੀ ਹੁੰਦਾ, ਦੇਖੋ ਮੈਂ ਸਰਵਾਈਵ ਕਰ ਰਿਹਾ, ਇਨ ਫਿਊਚਰ ਮੇਰੀ ਮੈਰਿਜ ਹੋ ਜਾਏ, ਮੈਰਿਜ ਤੋਂ ਬਾਅਦ ਮਤਲਬ ਬੱਚੇ ਹੋ ਜਾਂਦੇ ਨੇ, ਅਤੇ ਬੱਚੇ ਹੋਣ ਤੋਂ ਬਾਅਦ ਜਿਵੇਂ ਮੇਰੇ ਬੱਚੇ ਨੂੰ ਕੋਈ ਤੰਗ ਕਰੇ ਜਾਂ ਮੇਰੀ ਵਾਈਫ ਨੂੰ ਕੋਈ ਤੰਗ ਕਰੇ, ਠੀਕ ਹੈ, ਮੈਂ ਉਹਦੀ ਸਪੋਰਟ 'ਚ ਹੈਲਪ ਕਰੂੰਗਾ। ਸਮਝ ਗਏ ਵੀ ਬਾਈ ਚਾਂਸ ਉਹਨੂੰ ਕਿਸੇ ਨੇ ਟੌਂਟ ਮਾਰਤਾ ਤਾਂ ਮੀਨਸ ਹੁਣ ਮੈਂ ਚੁੱਪ ਥੋੜ੍ਹੀ ਬੈਠੂੰਗਾ, ਜਾਂ ਮੇਰੇ ਬੱਚੇ ਨੂੰ ਕਿਸੇ ਨੇ ਮਾਰਿਆ ਮੈਂ ਚੁੱਪ ਥੋੜ੍ਹੀ ਬੈਠੂੰਗਾ। ਸਮਝ ਗਏ ਨਾ। ਮੀਨਸ ਟੂ ਐਗਜ਼ਾਮਪਲ ਲਾ ਲਓ ਵੀ ਜੇ ਕਈ ਵਾਰ ਸੱਪ ਨੇ, ਜਿਵੇਂ ਸਨੇਕ ਹੈ, ਹੁਣ ਉਹਦੇ ਮਤਲਬ ਟਾਈਗਰ ਦੇ ਬੱਚੇ 'ਤੇ ਅਟੈਕ ਕਰਤਾ ਸਨੇਕ ਨੇ, ਮੀਨਸ ਉਹ 'ਤੇ ਵੀ ਮੀਨਸ ਰੇਂਗਣ ਲੱਗ ਗਿਆ ਜਾਂ ਕੁਛ ਵੀ ਲਾ ਲਓ, ਅਟੈਕ ਕਰਨ ਲੱਗ ਗਿਆ ਉੱਤੇ, ਠੀਕ ਹੈ। ਹੁਣ ਟਾਈਗਰ ਵੀ ਥੋੜ੍ਹੀ ਚੁੱਪ ਬੈਠੂਗਾ, ਉਹਦੇ ਮਤਲਬ ਬੱਚੇ 'ਤੇ ਅਟੈਕ ਕੀਤਾ ਤਾਂ ਮੀਨਸ ਸਪੋਰਟ ਤਾਂ ਕਰੂਗਾ ਹੁਣ, ਉਹਦੇ ਮਤਲਬ ਸਪੋਰਟ ਕਰਨ ਵਾਸਤੇ ਉਹ 'ਤੇ ਹਮਲਾ ਕਰੂਗਾ, ਹੈ ਨਾ। ਤਾਂ ਮੀਨਸ ਰਿਲੇਟਡ ਵਿਦ ਸਪੋਰਟ ਹੋ ਗਿਆ। ਇਸ ਦੀ ਐਗਜ਼ਾਮਪਲ ਲਿਖ ਲਓ, ਸਨੇਕ ਅਟੈਕ ਔਨ ਕਬਸ, ठीक है, and after this tiger attack on the snake। मीन्स कुछ तो रिएक्शन दूंगा ना, वो स्पोर्ट च सपोर्ट करूँगा आपदे बच्चे दी, ठीक है। तो मीन्स तुसी एक चीज़ नोट करनी हैगी, ਜਿਹੜੀ ਆਪਣੀ ਪ੍ਰਾਇਮਰੀ ਹੈ ਇੰਟਰੈਕਸ਼ਨ ਹੈ ਉਹ 'ਚ ਕੀ ਹੈ, ਫੂਡ ਮਿਲ ਰਿਹਾ, ਇਟਸ ਆ ਫੂਡ ਮਿਲ ਰਿਹਾ ਨਾ, ਇੱਥੇ ਟਾਈਗਰ ਮਾਰ ਕੇ ਖਾ ਰਿਹਾ, ਫੂਡ ਰਿਲੇਟਡ। ਬਟ ਜਿਹੜੀ ਆਹ ਚੀਜ਼ ਹੈ ਇੱਥੇ ਫੂਡ ਰਿਲੇਟਡ ਨਹੀਂ ਹੈਗਾ, ਸਮਝ ਗਏ ਜੀ, ਇੱਥੇ ਫੂਡ ਰਿਲੇਟਡ ਨਹੀਂ ਹੈਗਾ। ਸੋ ਅੱਜ ਆਪਾਂ ਕੀ ਕੁਛ ਕੀਤਾ, ਪਹਿਲਾਂ ਤਾਂ ਆਪਾਂ ਇਹ ਸਮਝਿਆ ਇਨਵਾਇਰਮੈਂਟ ਇਕੋਲੋਜੀ ਜਿਹੜਾ GS3 ਦਾ ਪਾਰਟ ਹੈ, ਪ੍ਰੀਲਿਮਸ ਅਤੇ ਮੇਨਸ ਬਾਰੇ ਪੜ੍ਹੇ, ਹੈ ਨਾ। ਫਿਰ ਇਨਵਾਇਰਮੈਂਟ ਆਪਾਂ ਸਟਾਰਟ ਕੀਤੀ ਲੈਕਚਰ ਫਸਟ, ਇਕੋਲੋਜੀ ਐਂਡ ਇਨਵਾਇਰਮੈਂਟ ਦਾ ਡਿਫਰੈਂਸ ਪੜ੍ਹੇ, ਇਕੋਸਿਸਟਮ ਬਾਰੇ ਵੀ, ਆਰਗੇਨਿਜ਼ਮ ਅਤੇ ਬਾਇਓਟਿਕ ਇੰਟਰੈਕਸ਼ਨ ਹੁੰਦੀਆਂ, ਬਾਇਓਟਿਕ ਇੰਟਰੈਕਸ਼ਨ ਹੁੰਦੀਆਂ ਜਿਵੇਂ ਟਾਈਗਰ ਕਿਲਡ ਡੀਅਰ। ਇਕੋਸਿਸਟਮ ਕੀਤਾ ਵੀ ਜਿਹੜਾ ਆਪਣਾ ਇਮੀਡੀਏਟ ਸਰਾਊਂਡਿੰਗ ਹੁੰਦੀ ਹੈ, ਸਾਰਾ ਕੁਛ ਕਰਦੇ ਫਿਰ ਆਪਾਂ ਇਹਦੀਆਂ ਡੈਫੀਨੇਸ਼ਨਸ ਡਿਫਾਈਨ ਕੀਤੀਆਂ। ਫਿਰ ਤੁਹਾਨੂੰ ਮੈਂ ਦੱਸਿਆ ਵੀ ਪ੍ਰੀਲੀਅਮਸ 'ਚ ਕੀ ਕੁਛ ਆਊਗਾ, ਵੀ ਮੀਨਸ ਆਹ ਟੋਪਿਕ ਆਉਣਗੇ ਇਕੋਲੋਜੀ ਮਤਲਬ ਪ੍ਰੀਲੀਅਮਸ ਲਈ ਆ। ਤਾਂ ਆਪਾਂ ਐਵੇਂ ਕਰਦੇ ਇਕੋਲੋਜੀ ਦਾ ਨੈਕਸਟ ਲੈਕਚਰ ਮੈਂ ਕੱਲ੍ਹ ਨੂੰ ਅਪਲੋਡ ਹੋ ਜਾਊਗਾ ਜਾਂ परसों अपलोड कर दूँगा, भी ਜਾਂ ਤਾਂ ਮੈਂ ਆਲਟਰਨੇਟਿਵ ਡੇਜ਼ 'ਤੇ ਅਪਲੋਡ ਕਰੂँਗਾ ਜਾਂ ਡੇ ਬਾਏ ਡੇ ਅਪਲੋਡ ਕਰੀ ਜਾਊਂਗਾ। ਸੋ ਜੇ ਤੁਸੀਂ ਸਾਡੇ ਇੰਸਟੀਟਿਊਟ ਨਾਲ ਜੁੜਨਾ ਤਾਂ ਸਾਡੇ ਇੰਸਟੀਟਿਊਟ ਆਪਣਾ ਨਾਮ ਹੈਗਾ ਅਚੀਵਰ ਅਕੈਡਮੀ। ਸੋ ਉੱਥੇ UPSC ਦਾ ਫਾਊਂਡੇਸ਼ਨ ਕੋਰਸ ਵੀ ਚੱਲ ਰਿਹਾ ਫੋਰ ਦੀ ਪ੍ਰੀਲੀਅਮਸ ਪਰਸਪੈਕਟਿਵ ਲਈ, ਠੀਕ ਹੈ। ਸੋ ਜੇ ਕਿਸੇ ਨੇ ਜੁਆਇਨ ਕਰਨਾ ਤਾਂ ਪਲੀਜ਼ ਆ ਸਕਦੇ ਹੋ। ਅਤੇ ਨਾਲ ਅਦਰ ਐਗਜ਼ਾਮ ਦੀ ਵੀ ਤਿਆਰੀ ਹੋ ਰਹੀ ਹੈ, ਜਿਵੇਂ ਪਟਵਾਰੀ ਦੀ ਹੋਈ ਤਾਂ ਮੋਸਟਲੀ ਇਸ 'ਚੋਂ ਇਨਵਾਇਰਮੈਂਟ ਦੇ ਕੁਐਸਚਨ 'ਚੋਂ ਪਟਵਾਰੀ ਦੇ ਕੁਐਸਚਨ ਵੀ ਇਨਵਾਇਰਮੈਂਟ ਦੇ ਵਿੱਚੋਂ ਪਟਵਾਰੀ ਦੇ ਕੁਐਸਚਨ ਵੀ ਬਣ ਜਾਂਦੇ ਨੇ। ਸੋ ਪਲੀਜ਼ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ ਐਂਡ ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ। ਓਕੇ ਜੀ, ਥੈਂਕ ਯੂ।